ਹੈਲੋ ਮੇਰੇ ਦੋਸਤੋ। ਅੱਜ ਫਿਰ ਅਸੀਂ ਡਾਇਬਟੀਜ਼ ਦੀ ਇੱਕ ਹੋਰ ਕੰਪਲਿਕੇਸ਼ਨ ਬਾਰੇ ਗੱਲ ਕਰਦੇ ਹਾਂ। ਇਹ ਕੰਪਲਿਕੇਸ਼ਨ ਤੁਹਾਡੀਆਂ ਅੱਖਾਂ ਦੇ ਨਾਲ ਸੰਬੰਧਿਤ ਹੈ। ਡਾਇਬਟੀਜ਼ ਦੇ ਨਾਲ ਤੁਹਾਡੀਆਂ ਅੱਖਾਂ ਦੀ ਲੋ ਵੀ ਜਾ ਸਕਦੀ ਹੈ। ਇਹ ਕਿਸ ਤਰ੍ਹਾਂ ਹੁੰਦਾ ਹੈ? ਇੱਕ ਬਿਮਾਰੀ ਜਿਹੜੀ ਕਿ ਡਾਇਬਟੀਜ਼ ਦੀ ਕੰਪਲਿਕੇਸ਼ਨ ਹੈ, ਉਹਨੂੰ ਅਸੀਂ ਡਾਇਬੈਟਿਕ ਰੈਟੀਨੋਪੈਥੀ ਕਹਿੰਦੇ ਆ। ਇਹ ਡਾਇਬੈਟਿਕ ਰੈਟੀਨੋਪੈਥੀ ਕੀ ਹੈ? ਇਹ ਰੈਟੀਨੋਪੈਥੀ ਦਾ ਮਤਲਬ ਹੈ ਰੈਟੀਨਾ ਦੀ ਬਿਮਾਰੀ। ਰੈਟੀਨਾ ਉਹ ਝਿੱਲੀ ਹੈ ਜਿਹੜੀ ਕਿ ਸਾਡੇ ਅੱਖ ਦੇ ਪਿਛਲੇ ਪਰਦੇ ਦੇ ਉੱਤੇ ਸਾਨੂੰ ਇਮੇਜ ਬਣਾ ਕੇ ਦਿਖਾਉਂਦੀ ਹੈ। ਜੋ ਕੁਝ ਵੀ ਅਸੀਂ ਦੇਖਦੇ ਹਾਂ ਉਹਦਾ ਇਮੇਜ ਸਾਡੇ ਉਸ ਝਿੱਲੀ ਦੇ ਉੱਤੇ ਪੈਂਦਾ ਆ ਤੇ ਫਿਰ ਸਾਨੂੰ ਸਾਡਾ ਨਿਗਾਹ ਜਿਹੜੀ ਹੈਗੀ ਆ ਉਹ ਦਿਸਦੀ ਹੈ। ਉਹਦੀ ਬਿਮਾਰੀ ਦੇ ਕਰਕੇ ਇਹ ਸਾਨੂੰ ਡਾਇਬੈਟਿਕ ਰੈਟੀਨੋਪੈਥੀ ਦੀ ਬਿਮਾਰੀ ਹੁੰਦੀ ਹੈ। ਇਹਦੇ ਨਾਲ ਪਹਿਲਾਂ ਤਾਂ ਸਾਡਾ ਨਿਗਾਹ ਦਾ ਘਾਟਾ ਹੋ ਜਾਂਦਾ ਹੈ ਤੇ ਕਈ ਵਾਰੀ ਫਿਰ ਇਹ ਬਿਲਕੁਲ 100% ਸਾਡੀ ਨਿਗਾਹ ਚੱਲ ਜਾ ਕੇ ਸਾਨੂੰ ਅੰਧਾਪਨ ਵੀ ਹੋ ਜਾਂਦਾ ਹੈ। ਇਹ ਕਿਉਂ ਹੁੰਦਾ ਹੈ? ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਇਹਦੀ ਸੰਭਾਵਨਾ ਹੁੰਦੀ ਹੈ ਔਰ ਇਹ ਹੁੰਦੀ ਹੈਗੀ ਆ। ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀਆਂ ਸਾਡੇ ਇਸ ਝਿੱਲੀ ਨੂੰ ਖੂਨ ਦੇਣ ਵਾਲੀਆਂ ਧਮਨੀਆਂ ਹਨ, ਉਹਨਾਂ ਦੇ ਵਿੱਚ ਨੁਕਸ ਆ ਜਾਂਦਾ ਹੈ। ਉਹਨਾਂ ਦਾ ਨੁਕਸ ਕੀ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ। ਤੇ ਇਸੇ ਲਈ ਪਹਿਲਾਂ ਪਹਿਲ ਇਹਦਾ ਕੋਈ ਸਾਨੂੰ ਪਤਾ ਨਹੀਂ ਚੱਲਦਾ ਤੇ ਜਦੋਂ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਤੇ ਫਿਰ ਬਹੁਤ ਜਲਦੀ ਹੀ ਸਾਡੀ ਨਿਗਾਹ ਜਿਹੜੀ ਹੈ ਉਹ ਚਲੇ ਜਾਂਦੀ ਹੈਗੀ ਆ। ਇਸੇ ਲਈ ਇਸ ਨੂੰ ਟੈਸਟ ਕਰਾਉਣ ਲਈ ਅੱਖਾਂ ਦੇ ਡਾਕਟਰ ਤੋਂ ਇਸ ਝਿੱਲੀ ਬਾਰੇ ਜਾਂਚ ਕਰਾਉਣੀ ਬਹੁਤ ਜ਼ਰੂਰੀ ਬਣ ਜਾਂਦੀ ਹੈ, ਖਾਸ ਕਰਕੇ ਡਾਇਬੈਟਿਕ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ। ਸਾਲ ਦੇ ਵਿੱਚ ਇੱਕ ਵਾਰੀ ਤਾਂ ਜ਼ਰੂਰ ਇਹਨਾਂ ਦੀ ਚੈੱਕਅਪ ਅੱਖਾਂ ਦੀ ਕਰਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜਿਹੜੀ ਨਿਗਾਹ ਹੈ ਉਹਨੂੰ ਬਚਾ ਸਕੀਏ। ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ? ਜੇ ਅਸੀਂ ਆਪਣੀ ਸ਼ੂਗਰ ਨੂੰ ਕੰਟਰੋਲ 'ਚ ਰੱਖੀਏ। ਉਹ ਕਿਹੜੇ-ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਰੱਖਦੇ ਆ? ਉਹਦੇ ਨਾਲ ਇੱਕ ਤਾਂ ਹੈ ਕਿ ਫਿਜ਼ੀਕਲ ਐਕਟੀਵਿਟੀ ਜਿਹੜੀ ਹੈਗੀ ਆ ਉਹ ਸਾਡੀ ਪੂਰੀ ਹੋਣੀ ਚਾਹੀਦੀ ਹੈਗੀ ਆ। ਸਾਡੀਆਂ ਈਟਿੰਗ ਦੀਆਂ, ਖਾਣ ਦੀਆਂ ਹੈਲਦੀ ਹੈਬਿਟਸ ਹੋਣੀਆਂ ਚਾਹੀਦੀਆਂ ਆ। ਸਾਡੇ ਨਿਊਟ੍ਰੀਸ਼ਨ ਜਿਹੜਾ ਹੈਗਾ ਆ, ਉਹ ਜਿਹੜੇ ਤੱਤ ਹੈਗੇ ਆ ਉਹ ਸਾਡੇ ਖੁਰਾਕ ਦੇ ਵਿੱਚ ਪੂਰੇ ਹੋਣੇ ਚਾਹੀਦੇ ਹੈਗੇ ਆ। ਇਸੇ ਦੇ ਨਾਲ ਅਸੀਂ ਆਪਣੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਉਹਨੂੰ ਕਾਇਮ ਰੱਖ ਸਕਦੇ ਹੈਗੇ ਆ। ਤੇ ਇਸ ਡਾਇਬੈਟਿਕ ਰੈਟੀਨੋਪੈਥੀ ਦਾ ਸਭ ਤੋਂ ਕਾਮਨ ਕਾਜ਼ ਜਿਹੜਾ ਹੈਗਾ ਆ ਉਹ ਸ਼ੂਗਰ ਹੈਗੀ ਆ। ਤੇ ਸ਼ੂਗਰ ਨੂੰ ਅਗਰ ਅਸੀਂ ਕੰਟਰੋਲ ਰੱਖਾਂਗੇ ਤਾਂ ਅਸੀਂ ਇਸ ਜਿਹੜੀ ਨਾਮੁਰਾਦ ਬਿਮਾਰੀ ਹੈ ਉਸ ਤੋਂ ਬਚ ਸਕਦੇ ਹੈਗੇ ਆ। ਹੋਰ ਵੀ ਬਿਮਾਰੀਆਂ ਅੱਖਾਂ ਦੀਆਂ ਹੈਗੀਆਂ ਜਿਹੜੀਆਂ ਕਿ ਸਾਡਾ ਜਿਹੜਾ ਨਿਗਾਹ ਨੂੰ ਪ੍ਰਭਾਵਿਤ ਕਰਦੀਆਂ, ਜਿਸ ਤਰ੍ਹਾਂ ਕੈਟਰੈਕਟ ਹੈ ਜਿਹਨੂੰ ਅਸੀਂ ਮਤਲਬ ਅੱਖਾਂ ਦਾ ਮੋਤੀਆ ਕਹਿ ਦਿੰਦੇ ਹਾਂ, ਤੇ ਗਲੂਕੋਮਾ ਹੈ ਜਿਹਨੂੰ ਕਾਲਾ ਮੋਤੀਆ ਕਹਿ ਦਿੰਦੇ ਹਾਂ। ਉਹ ਵੀ ਸ਼ੂਗਰ ਦੇ ਵਿੱਚ ਬਹੁਤ ਲੋਕਾਂ ਨੂੰ ਹੁੰਦਾ। 2 ਤੋਂ 5 ਗੁਣਾ ਜ਼ਿਆਦਾ ਕੈਟਰੈਕਟ ਜਿਹੜਾ ਹੈਗਾ ਆ ਉਹ ਸ਼ੂਗਰ ਦੇ ਮਰੀਜ਼ਾਂ ਨੂੰ ਨਾਰਮਲ ਮਰੀਜ਼ਾਂ ਦੀ ਨਿਸਬਤ ਹੁੰਦਾ ਆ। ਤੇ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਸਾਡਾ ਅੱਖਾਂ ਦਾ ਲੈਂਜ਼ ਹੈਗਾ ਆ ਉਹ ਚਿੱਟਾ ਹੋ ਜਾਂਦਾ, ਧੁੰਦਲਾ ਹੋ ਜਾਂਦਾ, ਓਪੇਕ ਹੋ ਜਾਂਦਾ। ਤੇ ਉਹਦੇ ਨਾਲ ਫਿਰ ਸਾਡੀ ਨਿਗਾਹ ਜਿਹੜੀ ਹੈ ਉਹਦੇ ਬਾਰੇ ਗੱਲ ਫੇਰ ਕਰਾਂਗੇ। ਫਿਰ ਕਾਲਾ ਮੋਤੀਆ ਹੈ ਜਿਹਦੇ ਵਿੱਚ ਸਾਡੇ ਜਿਹੜਾ ਮਤਲਬ ਫਲੂਇਡ ਹੈ ਉਹਦੀ ਰੁਕਾਵਟ ਹੋ ਜਾਂਦੀ ਆ ਤੇ ਸਾਡੇ ਅੱਖਾਂ ਦੇ ਵਿੱਚ ਟੈਨਸ਼ਨ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਆ ਔਰ ਉਸ ਟੈਨਸ਼ਨ ਵਧੀ ਹੋਈ ਕਰਕੇ ਜਿਹੜੀਆਂ ਨਾੜੀਆਂ ਹੈਗੀਆਂ ਆ ਉਹ ਪੂਰਾ ਖੂਨ ਨਹੀਂ ਪਹੁੰਚਾਉਂਦੀਆਂ ਤੇ ਉਹਦੇ ਨਾਲ ਵੀ ਸਾਡੀ ਨਿਗਾਹ ਦਾ ਨੁਕਸਾਨ ਹੁੰਦਾ ਹੈਗਾ ਆ।
ਇਹ ਜਿਹੜੀ ਡਾਇਬੈਟਿਕ ਰੈਟੀਨੋਪੈਥੀ ਹੈ, ਇਹਦੇ ਸਿੰਪਟਮਸ ਕੀ ਹੁੰਦੇ ਹਨ? ਅਰਲੀ ਸਟੇਜਸ ਦੇ ਵਿੱਚ ਤਾਂ ਇਹਦਾ ਕੋਈ ਪਤਾ ਨਹੀਂ ਲੱਗਦਾ ਕਿ ਕੋਈ ਤਕਲੀਫ ਹੈ ਜਾਂ ਨਹੀਂ ਹੈ। ਫਿਰ ਲੇਟਰ ਸਟੇਜਸ ਦੇ ਵਿੱਚ ਸਾਨੂੰ ਅੱਖਾਂ ਦੇ ਵਿੱਚ ਨਿਗਾਹ ਦੀ ਪ੍ਰੋਬਲਮ ਹੋ ਜਾਂਦੀ ਆ, ਤੇ ਅਸੀਂ ਦੂਰ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਅਸੀਂ ਅੱਛੀ ਤਰ੍ਹਾਂ ਦੇਖ ਨਹੀਂ ਸਕਦੇ। ਫਿਰ ਇਹਦਾ ਲੇਟਰ ਸਮੇਂ ਦੇ ਵਿੱਚ ਫਿਰ ਕੀ ਹੁੰਦਾ ਆ ਕਿ ਜਿਹੜੀਆਂ ਇਹਦੀਆਂ ਰੈਟੀਨਾ ਦੀਆਂ ਬਲੱਡ ਵੈਸਲਸ ਹੈਗੀਆਂ, ਜਿਹੜੀਆਂ ਧਮਨੀਆਂ ਹੈਗੀਆਂ ਆ, ਉਹ ਉਹਨਾਂ ਦੇ ਵਿੱਚ ਮਤਲਬ ਫੁੱਲ ਜਾਂਦੀਆਂ ਹੈਗੀਆਂ ਆ। ਫੁੱਲ ਕੇ ਉਹ ਫੁੱਲਣ ਦੇ ਕਾਰਨ ਉਹਨਾਂ ਦੀ ਜਿਹੜੀ ਕੰਧ ਹੈਗੀ ਆ ਧਮਨੀਆਂ ਦੀ, ਉਹ ਕਮਜ਼ੋਰ ਹੋ ਜਾਂਦੀ ਆ, ਤੇ ਕਈ ਵਾਰੀ ਉਹ ਫਟ ਜਾਂਦੀਆਂ ਆ, ਤੇ ਉਹਦੇ ਨਾਲ ਫਿਰ ਖੂਨ ਦਾ ਰਿਸਾਵ ਹੋ ਜਾਂਦਾ। ਔਰ ਉਹ ਖੂਨ ਦਾ ਰਿਸਾਵ ਜਿਹੜਾ ਹੈ, ਉਹ ਸਾਡਾ ਜਿਹੜਾ ਵਿਟਰੀਅਸ ਹਿਊਮਰ ਹੈਗਾ ਆ, ਅੱਖਾਂ ਦੇ ਵਿੱਚ ਜਿਹੜਾ ਜੈਲੀ ਲਾਈਕ ਸਬਸਟੈਂਸ ਹੁੰਦਾ, ਵਿਟਰੀਅਸ ਕਹਿੰਦੇ ਆ ਉਹਨੂੰ, ਵਿਟਰੀਅਸ ਹਿਊਮਰ ਕਹਿੰਦੇ ਆ, ਉਹਦੇ ਵਿੱਚ ਖੂਨ ਦੇ ਧੱਬੇ ਬਣ ਜਾਂਦੇ ਹੈਗੇ ਆ। ਔਰ ਉਹ ਧੱਬੇ ਜਿਹੜੇ ਹੈਗੇ ਆ ਸਪੌਟਸ ਦਾ ਤਰ੍ਹਾਂ ਦਿਖਦੇ ਹੈਗੇ ਆ, ਜਾਂ ਕਈ ਵਾਰੀ ਫਲੋਟਿੰਗ ਜਿਹੜੀਆਂ ਚੀਜ਼ਾਂ ਹੈ ਉਹ ਅੱਖਾਂ ਦੇ ਮੂਹਰੇ ਦਿਸਦੀਆਂ ਹੈਗੀਆਂ, ਜਾਂ ਸਟਰੀਕਸ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਮੁਤਾਬਕ ਦਿਸਦੀਆਂ ਹੈਗੀਆਂ ਆ। ਤੇ ਉਹ ਅਗਰ ਉਹਦੀ ਟ੍ਰੀਟਮੈਂਟ ਕਰ ਲਈ ਜਾਏ ਤਾਂ ਉਹ ਜਿਹੜੀਆਂ ਸਟੀਕਸ ਹੈਗੀਆਂ ਉਹ ਆਪਣੇ ਆਪ ਵੀ ਕਈ ਵਾਰੀ ਖਤਮ ਹੋ ਜਾਂਦੀਆਂ, ਤੇ ਕਈ ਵਾਰੀ ਇਲਾਜ ਕਰਨ ਦੇ ਨਾਲ ਵੀ ਖਤਮ ਹੁੰਦੀਆਂ ਹੈਗੀਆਂ ਆ। ਜੇ ਨਾ ਉਹਦਾ ਇਲਾਜ ਕਰੀਏ ਤਾਂ ਫਿਰ ਉਹ ਜਿਹੜੀਆਂ ਧੱਬੇ ਹੈਗੇ ਆ ਜਾਂ ਉਹ ਸਟੀਕਸ ਹੈਗੇ, ਉਹਨਾਂ ਦੇ ਸਕਾਰ ਟਿਸ਼ੂ ਬਣ ਜਾਂਦਾ ਹੈ। ਔਰ ਉਹਦੇ ਨਾਲ ਫਿਰ ਸਾਡਾ ਜਿਹੜਾ ਮਤਲਬ ਨਿਗਾਹ ਦੀ ਜਿਹੜਾ ਮਤਲਬ ਰੈਟੀਨਾ ਹੈਗੀ ਆ ਉਹ ਖਿੱਚੀ ਜਾਂਦੀ ਹੈਗੀ ਆ, ਤੇ ਕਈ ਵਾਰੀ ਜਿਹੜੀ ਝਿੱਲੀ ਹੈਗੀ ਆ ਉਹ ਉਖੜ ਵੀ ਜਾਂਦੀ ਹੈਗੀ ਆ, ਤੇ ਉਖੜ ਕੇ ਫਿਰ ਸਾਡੀ ਨਿਗਾਹ ਜਿਹੜੀ ਆ ਉਹਨੂੰ ਕਾਫੀ ਪ੍ਰਭਾਵਿਤ ਕਰਦੀ ਹੈਗੀ ਆ। ਫਿਰ ਕਈ ਵਾਰੀ ਜੇ ਡਾਇਬਟੀਜ਼ ਦੇ ਨਾਲ ਇੱਕ ਮੈਕੂਲਰ ਅਡੀਮਾ ਹੋ ਜਾਂਦਾ। ਮੈਕੂਲਰ ਅਡੀਮਾ ਉਹ ਹੈ ਜਿਹਦੇ ਵਿੱਚ ਖੂਨ ਦੀਆਂ ਨਾੜੀਆਂ ਜਿਹੜੀਆਂ ਸਾਡੇ ਮੈਕੂਲਾ, ਜਿਹੜੇ ਸੈਂਟਰਲ ਪੁਆਇੰਟ ਹੁੰਦਾ ਜਿੱਥੇ ਕਿ ਸਾਡਾ ਇਮੇਜ ਸਭ ਤੋਂ ਜ਼ਿਆਦਾ ਬਣਦਾ ਆ ਅੱਖਾਂ ਦੇ ਵਿੱਚ, ਉਹਨਾਂ ਦੇ ਵਿੱਚ ਪ੍ਰਭਾਵਿਤ ਹੋ ਜਾਂਦੀਆਂ ਹੈਗੀਆਂ ਆ ਨਾੜੀਆਂ, ਤੇ ਉਹਨਾਂ ਦੇ ਨਾਲ ਉਸ ਜਿਹੜਾ ਸੈਂਟਰਲ ਵਿਜ਼ਨ ਹੈਗਾ ਆ ਉਹ ਸਾਰਾ ਪ੍ਰਭਾਵਿਤ ਹੋ ਕੇ ਫਿਰ ਸਾਡਾ ਮਤਲਬ ਨਿਗਾਹ ਨੂੰ ਕਮਜ਼ੋਰੀ ਹੋ ਜਾਂਦੀ ਹੈਗੀ ਆ। ਫਿਰ ਇਹਦੇ ਨਾਲ ਅਸੀਂ ਬਲਰੀ, ਜਿਸ ਤਰ੍ਹਾਂ ਦਾ ਧੁੰਦਲਾਪਨ ਜਿਹੜਾ ਹੈਗਾ ਆ, ਉਹ ਸੈਂਟਰਲ ਵਿਜ਼ਨ ਜਿਹੜਾ ਹੈ ਉਹ ਧੁੰਦਲਾਪਨ ਹੁੰਦਾ ਹੈਗਾ ਆ। ਤੇ ਇਸ ਤਰ੍ਹਾਂ ਕਈ ਵਾਰੀ ਇਹਦੇ ਨਾਲ ਨਿਊਰੋਵੈਸਕੂਲਰ ਗਲਕੋਮਾ ਵੀ ਹੋ ਜਾਂਦਾ ਹੈਗਾ ਆ, ਤੇ ਜਿਹਦੇ ਨਾਲ ਬਲੱਡ ਵੈਸਲ ਜਿਹੜੀਆਂ ਆ ਉਹ ਜ਼ਿਆਦਾ ਵੱਧ ਜਾਂਦੀਆਂ ਹੈਗੀਆਂ, ਜਿਹਨੂੰ ਅਸੀਂ ਪ੍ਰੋਲੀਫਰੇਟਿਵ ਕਹਿ ਦਿੰਦੇ ਹੈਗੇ ਆ। ਤੇ ਉਹ ਫਿਰ ਜ਼ਿਆਦਾ ਵੈਸਲਸ ਵਧਣ ਨਾਲ ਜਿਹੜਾ ਐਂਗਲ ਆਫ ਦਾ ਗਲਕੋਮਾ ਹੁੰਦਾ, ਐਂਗਲ ਆਫ ਦਾ ਆਈ ਹੁੰਦਾ ਆ, ਉਹਦੇ ਵਿੱਚ ਵੱਧ ਜਾਂਦੀਆਂ ਹੈਗੀਆਂ ਆ ਜ਼ਿਆਦਾ ਜਿਹੜੀਆਂ ਮਤਲਬ ਧਮਨੀਆਂ ਹੁੰਦੀਆਂ ਆ, ਉਹਦੇ ਨਾਲ ਉਹ ਬਲੋਕੇਜ ਹੋ ਜਾਂਦੀ ਆ। ਔਰ ਬਲੋਕੇਜ ਜਿਹੜੀ ਹੈਗੀ ਆ ਉਹ ਫਿਰ ਸਾਡੇ ਗਲਕੋਮਾ, ਜਿਹਨੂੰ ਅਸੀਂ ਕਾਲਾ ਮੋਤੀਆ ਕਹਿੰਦੇ ਆ, ਉਹਦਾ ਵੀ ਪ੍ਰਭਾਵ ਹੋ ਜਾਂਦਾ ਹੈਗਾ ਆ। ਜਿਹੜਾ ਸਕਾਰਸ, ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਆ ਕਿ ਜਦੋਂ ਉਹ ਸੁੰਗੜਦੇ ਹੈਗੇ ਆ ਬਲੱਡ ਦੇ ਧੱਬਿਆਂ ਦੇ ਵਿਟਰਸ ਦੇ ਵਿੱਚ ਸਕਾਰਸ ਜਿਹੜੇ ਬਣ ਜਾਂਦੇ ਹੈਗੇ ਆ, ਉਹ ਫਿਰ ਕਈ ਵਾਰੀ ਜਦੋਂ ਸੁੰਗੜਦੇ ਹੈਗੇ ਆ ਤੇ ਉਹਦੇ ਨਾਲ ਰੈਟੀਨਲ ਡਿਟੈਚਮੈਂਟ, ਜਿਹਨੂੰ ਅਸੀਂ ਕਹਿੰਦੇ ਆ ਕਿ ਖਿੱਚ ਦੇ ਨਾਲ ਡਿਟੈਚਮੈਂਟ ਹੋ ਜਾਂਦੀ ਹੈਗੀ ਆ, ਤੇ ਉਹਦੇ ਨਾਲ ਫਿਰ ਸਾਡੇ ਜਿਹੜੀ ਹੈਗੀ ਆ ਇਹਨੂੰ ਅਸੀਂ ਟ੍ਰੀਟਮੈਂਟ ਨਾਲ ਹੀ ਠੀਕ ਕਰ ਸਕਦੇ ਹੈਗੇ ਆ। ਟਰੈਕਸ਼ਨਲ ਕਹਿ ਦਿੰਦੇ ਆ ਕਿ ਰੈਟੀਨਲ ਡਿਟੈਚਮੈਂਟ ਹੋ ਗਈ ਆ। ਇਸ ਨੂੰ ਅਸੀਂ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹੈਗੇ ਆ ਕਿ ਸਾਡੀ ਜਿਹੜੀ ਡਾਇਬੈਟਿਕ ਰੈਟੀਨੋਪੈਥੀ ਆ ਉਹ ਕਿਸ ਤਰ੍ਹਾਂ ਅਸੀਂ ਤੋਂ ਬਚਾ ਸਕੀਏ। ਤੇ ਇਹਦੇ ਨਾਲ ਇਹ ਹੈ ਕਿ ਅਸੀਂ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਆ ਕਿ ਜਿਹੜਾ ਇਹਦਾ ਕਾਰਨ ਹੈਗਾ ਆ ਬਲੱਡ ਸ਼ੂਗਰ ਹੈਗਾ ਆ, ਉਹਨੂੰ ਅਸੀਂ ਨੋਰਮਲ ਰੱਖੀਏ। ਅਗਰ ਨੋਰਮਲ ਬਲੱਡ ਸ਼ੂਗਰ ਤੁਹਾਡਾ ਹੋਏਗਾ ਤਾਂ ਇਹ ਕੰਪਲੀਕੇਸ਼ਨ ਜਿਹੜੀ ਹੈਗੀ ਆ ਇਹ ਤੁਹਾਡੇ ਨਹੀਂ ਹੋ ਸਕਦੀ।
ਉਹਦੇ ਲਈ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਆ ਕਿ ਫਿਜ਼ੀਕਲ ਐਕਟੀਵਿਟੀ ਦੀ ਹੋਣੀ ਚਾਹੀਦੀ ਹੈਗੀ ਆ, ਹੈਲਦੀ ਡਾਈਟ ਸਾਨੂੰ ਲੈਣਾ ਚਾਹੀਦਾ ਹੈਗਾ ਆ, ਤੇ ਸਾਨੂੰ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ ਚਾਹੀਦਾ, ਮੈਡੀਸਿਨਸ ਦਾ ਜਿਹੜੀਆਂ ਪ੍ਰਸਕ੍ਰਾਈਬਡ ਹੈਗੀਆਂ ਉਹ ਲੈਣੀਆਂ ਚਾਹੀਦੀਆਂ ਹੈਗੀਆਂ ਆ, ਤੇ ਸਾਡਾ ਜਿਹੜਾ HbA1c ਜਿਹੜੀ 3 ਮਹੀਨਿਆਂ ਦੀ ਐਵਰੇਜ ਬਲੱਡ ਗਲੂਕੋਜ਼ ਲੈਵਲ ਦੀ ਮਾਤਰਾ ਹੈਗੀ ਆ, ਉਹ ਵੀ ਨਾਰਮਲ ਲਿਮਿਟਸ ਦੇ ਵਿੱਚ ਹੋਣੀ ਚਾਹੀਦੀ ਆ, ਤੇ ਉਹਦੇ ਨਾਲ ਅਸੀਂ ਇਹਨੂੰ ਕੰਟਰੋਲ ਰੱਖ ਸਕਦੇ ਹੈਗੇ ਆ। ਤੇ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਵੀ ਵਧਿਆ ਆ ਜਾਂ ਤੁਹਾਡਾ ਕੋਲੇਸਟ੍ਰੋਲ ਵੀ ਵਧਿਆ ਆ, ਤਾਂ ਉਹ ਵੀ ਇਹਨੂੰ ਕੰਟਰੀਬਿਊਟਰੀ ਹੋ ਸਕਦੇ ਆ ਡਾਇਬਟੀਜ਼ ਦੇ ਨਾਲ, ਜਿਹਦੇ ਨਾਲ ਕਿ ਤੁਹਾਡੀ ਡਾਇਬੈਟਿਕ ਰੈਟੀਨੋਪੈਥੀ ਜਿਹੜੀ ਹੈਗੀ ਆ, ਡਾਇਬੈਟਿਕ ਰੈਟੀਨੋਪੈਥੀ ਮੈਂ ਸਿਰਫ ਨਹੀਂ ਕਹਾਂਗਾ, ਤੁਹਾਡਾ ਅੰਧਾਪਨ ਜਿਹੜਾ ਹੈਗਾ ਆ ਉਹ ਤੋਂ ਤੁਸੀਂ ਬਚਾ ਕਰ ਸਕਦੇ ਆ ਅਗਰ ਤੁਸੀਂ ਇਹਦੇ ਵੱਲ ਖਿਆਲ ਕਰਦੇ ਹੈਗੇ ਆ। ਟ੍ਰੀਟਮੈਂਟ ਇਹਦੀ ਕੀ ਹੈ? ਪਹਿਲੀਆਂ ਸਟੇਜਸ ਦੇ ਵਿੱਚ ਤਾਂ ਜਿਹੜੀ ਹੈਗੀ ਆ, ਤੁਸੀਂ ਜੇ ਅਗਰ ਰੈਗੂਲਰ ਚੈੱਕਅਪ ਕਰਾਉਣੇ ਹੈ ਆਪਣੇ ਡਾਕਟਰ ਤੋਂ, ਤੇ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਤੁਹਾਡੀਆਂ ਜਿਹੜੀਆਂ ਨਾੜੀਆਂ ਹੈਗੀਆਂ ਅੱਖਾਂ ਦੀਆਂ, ਉਹ ਤੁਹਾਡੀ ਅੱਖਾਂ ਦੀ ਪੁਤਲੀ ਨੂੰ ਡਾਇਲੇਟ ਕਰਕੇ ਅੰਦਰਲੇ ਪਾਸੇ ਸ਼ੀਸ਼ੇ ਵਿੱਚ ਦੇਖ ਸਕਦੇ ਆ ਕਿ ਤੁਹਾਡੇ ਰੈਟੀਨਾ ਦੇ ਉੱਤੇ ਕੋਈ ਗਲਤ ਅਸਰ ਤਾਂ ਨਹੀਂ ਸ਼ੂਗਰ ਦਾ ਹੋਇਆ। ਅਗਰ ਤੁਸੀਂ ਸਮਝਦੇ ਆ, ਅਗਰ ਡਾਕਟਰ ਸਮਝਦਾ ਆ ਕਿ ਉਹ ਠੀਕ ਚੱਲ ਰਿਹਾ ਤੇ ਤੁਸੀਂ ਠੀਕ ਹੋ, ਅਗਰ ਉਹਨੂੰ ਲੱਗਦਾ ਹੈ ਕੁਛ ਕਿ ਤੁਸੀਂ ਤੁਹਾਡੀ ਡਾਇਬਟੀਜ਼ ਨੇ ਤੁਹਾਡੀ ਕੰਪਲਿਕੇਸ਼ਨ ਕਰ ਦਿੱਤੀ ਹੈ, ਤੇ ਤੁਸੀਂ ਉਸ ਤੋਂ ਬਚਾਅ ਲਈ ਟ੍ਰੀਟਮੈਂਟ ਦਾ ਉਪਯੋਗ ਕਰ ਸਕਦੇ ਹੈਗੇ ਆ। ਲੇਟਰ ਸਟੇਜਸ ਦੀਆਂ ਜਿਹੜੀਆਂ ਟ੍ਰੀਟਮੈਂਟਸ ਹੈਗੀਆਂ ਆ, ਜੇ ਅੱਖਾਂ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਨਿਗਾਹ ਦੇ ਵਿੱਚ, ਜਾਂ ਅੱਖਾਂ ਦੇ ਵਿੱਚ ਹੋਰ ਕੋਈ ਪ੍ਰੋਬਲਮ ਹੁੰਦੀ ਹੈ, ਤੇ ਫਿਰ ਉਹਦੇ ਨਾਲ ਇੰਜੈਕਸ਼ਨਸ ਜਿਹੜੇ ਹੈ ਡਾਕਟਰ ਜਿਹੜੇ ਆ ਉਹ ਲਗਾ ਦਿੰਦੇ ਆ। ਇਹ ਖਾਸ ਕਿਸਮ ਦੇ anti-VEGF ਇੰਜੈਕਸ਼ਨ ਜਿਹੜਾ ਹੈ ਉਹ ਡਾਕਟਰਸ ਲਗਾਉਂਦੇ ਹੈਗੇ ਆ। ਉਹਦੇ ਨਾਲ ਤੁਹਾਡਾ ਜਿਹੜਾ ਡਾਇਬੈਟਿਕ ਰੈਟੀਨੋਪੈਥੀ ਆ ਉਹ ਰਿਵਰਸ ਹੋ ਸਕਦੀ ਹੈਗੀ ਆ। ਫਿਰ ਕਈ ਕੋਰਟੀਕੋਸਟਰੋਇਡ ਦੇ ਵੀ ਟੀਕੇ ਲਗਾਉਂਦੇ ਹੈਗੇ ਆ, ਉਹਦੇ ਨਾਲ ਵੀ ਇਹ ਤੇ ਅਸਰ ਪੈਂਦਾ ਹੈਗਾ ਆ। ਜਾਂ ਫਿਰ ਲੇਜ਼ਰ ਟ੍ਰੀਟਮੈਂਟ ਹੈ, ਉਹਦੇ ਨਾਲ ਵੀ ਤੁਹਾਡੀ ਡਾਇਬੈਟਿਕ ਰੈਟੀਨੋਪੈਥੀ ਜਿਹੜੀ ਹੈ ਉਹ ਟ੍ਰੀਟ ਕੀਤੀ ਜਾਂਦੀ ਹੈਗੀ ਆ। ਈਵਨ ਤੁਹਾਡੀ ਜਿਹੜੀ ਡਿਟੈਚਮੈਂਟ ਆਫ ਰੈਟੀਨਾ ਹੈ ਉਹ ਵੀ ਲੇਜ਼ਰ ਦੇ ਨਾਲ ਜੋੜੀ ਜਾਂਦੀ ਹੈਗੀ ਆ। ਤੇ ਫਿਰ ਕਈ ਵਾਰੀ ਜੇ ਖੂਨ ਦੇ ਧੱਬੇ ਜ਼ਿਆਦਾ ਹੈਗੇ ਆ ਤੇ ਵਿਟਰੀਅਸ ਹਿਊਮਰ ਦੇ ਵਿੱਚ, ਤੇ ਵਿਟਰੈਕਟਮੀ ਵੀ ਕੀਤੀ ਜਾਂਦੀ ਹੈ, ਸਰਜੀਕਲ ਆਪਰੇਸ਼ਨ ਵੀ ਕੀਤਾ ਜਾਂਦਾ ਅੱਖ ਦਾ। ਉਹਦੇ ਨਾਲ ਇਹ ਤੁਹਾਨੂੰ ਮਤਲਬ ਉਹਦੀ ਟ੍ਰੀਟਮੈਂਟ ਕੀਤੀ ਜਾਂਦੀ ਹੈਗੀ ਆ। ਤੇ ਅੱਜ ਕੱਲ ਇੱਕ ਨਵੀਂ ਦਵਾਈ ਜਿਹੜੀ ਖਾਸ ਕਰਕੇ ਟ੍ਰਾਈਗਲਿਸਰਾਈਡ ਲਈ ਫਿਨੋਫਾਈਬਰੇਟ ਜਿਹੜੀ ਹੈਗੀ ਆ, ਉਹਦਾ ਅੱਜ ਕੱਲ ਰਿਸਰਚ ਚੱਲ ਰਹੀ ਹੈ ਕਿ ਉਹ ਡਾਇਬੈਟਿਕ ਰੈਟੀਨੋਪੈਥੀ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਸਕਦੀ ਹੈ। ਤੇ ਇਸ ਤਰ੍ਹਾਂ ਦੀਆਂ ਕੁਝ ਇੱਕ ਸੀਗੀਆਂ ਟ੍ਰੀਟਮੈਂਟਸ ਜਿਨ੍ਹਾਂ ਨਾਲ ਡਾਇਬੈਟਿਕ ਰੈਟੀਨੋ, ਪਰ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਤੋਂ ਬਚਾਅ ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਇਹ ਤੁਹਾਡੀ ਸ਼ੂਗਰ ਦੀ ਕਾਰਨ ਜਿਹੜਾ ਹੈਗਾ, ਇੱਕ ਸ਼ੂਗਰ ਦੇ ਕਾਰਨ ਦੀ ਕੰਪਲਿਕੇਸ਼ਨ ਹੈ। ਇਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੀ ਸ਼ੂਗਰ ਨੂੰ ਨਾਰਮਲਾਈਜ਼ ਕਰਨਾ ਹੈ। ਮੇਰਾ ਸਾਰਿਆਂ ਨੂੰ ਇਹੀ ਰਿਕੁਐਸਟ ਹੈਗੀ ਆ ਕਿ ਇਸ ਬਿਮਾਰੀ ਅੰਧੇਪਨ ਤੋਂ ਬਚਣ ਦੇ ਲਈ ਤੁਸੀਂ ਆਪਣੀ ਸ਼ੂਗਰ ਦਾ ਪੂਰੀ ਤਰ੍ਹਾਂ ਨਾਲ ਕੰਟਰੋਲ ਕਰੋ, ਤੇ ਇਸ ਬਹੁਤ ਹੀ ਭੈੜੀ ਬਿਮਾਰੀ ਤੋਂ ਆਪਣਾ ਬਚਾਵ ਕਰੋ। ਜਦੋਂ ਅਸੀਂ ਦੇਖਦੇ ਹਾਂ ਕਿ ਅੱਖਾਂ ਬਿਲਕੁਲ ਸਹੀ, ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਹੈ ਮਰੀਜ਼ ਦੀਆਂ, ਪਰ ਅੰਦਰੋਂ ਦੇਖਣ ਦੇ ਵਿੱਚ ਉਹ ਬਿਲਕੁਲ ਨਾਕਾਮਯਾਬ ਹੈ, ਅੰਧੇ ਹੈ, ਤੇ ਬੜਾ ਮਨ ਨੂੰ ਖਰਾਬ ਹੁੰਦਾ ਹੈ ਕਿ ਇਹਨਾਂ ਨੇ ਅਜਾਈਂ ਆਪਣੀ ਨਿਗਾਹ ਜਿਹੜੀ ਹੈ ਉਹ ਗਵਾ ਲਈ ਹੈ। ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਸ਼ੂਗਰ ਵਾਲੇ ਮਰੀਜ਼ਾਂ ਨੂੰ ਕਿ ਆਪਣੀਆਂ ਅੱਖਾਂ ਦਾ ਬਹੁਤ ਖਿਆਲ ਰੱਖੋ, ਤਾਂ ਅਜਾਈਂ ਇਹ ਆਪਣਾ ਅੰਧਾਪਨ ਖਰੀਦੋ ਨਾ, ਤੇ ਇਹਦੇ ਲਈ ਪੂਰੀ ਕੋਸ਼ਿਸ਼ ਕਰੋ ਕਿ ਤੁਹਾਡੀ ਸ਼ੂਗਰ ਜਿਹੜੀ ਹੈਗੀ ਆ ਉਹ ਬਹੁਤ ਨਾਰਮਲ ਹੋਵੇ। ਤੇ ਮੇਰਾ ਖਿਆਲ ਹੈ ਕਿ ਤੁਸੀਂ ਇਸ ਤੇ ਕੁਛ ਇੱਕ ਅਮਲ ਕਰੋਗੇ ਔਰ ਆਪਣੀਆਂ ਅੱਖਾਂ ਦਾ ਆਪ ਖਿਆਲ ਰੱਖੋਗੇ। ਥੈਂਕ ਯੂ ਵੈਰੀ ਮਚ।